हाय व्हाट्सअप एवरीवन कितना सारे आज आप करने वाले हैं 16वां चैप्टर जिसका नाम है बैंक ਰੀਕਨਸੀਲੇਸ਼ਨ ਸਟੇਟਮੈਂਟ। ठीक है ਜਿਹਨੂੰ ਅਸੀਂ ਪੰਜਾਬੀ ਵਿੱਚ ਕੀ ਕਹਿੰਦੇ ਆ ਬੈਂਕ ਮਿਲਾਨ ਵਰਣਨ। ਸੀਰੀਅਸਲੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਜਸਟ ਇਹੀ ਕਹੋਗੇ ਬਸ ਇੰਨਾ ਹੀ ਕਰਨਾ ਸੀ, ਕਿਉਂਕਿ ਬਹੁਤ ਹੀ ਈਜ਼ੀ ਵੇ ਵਿੱਚ ਪੂਰੇ ਚੈਪਟਰ ਨੂੰ ਤੁਹਾਨੂੰ ਐਕਸਪਲੇਨ ਕੀਤਾ ਇਸ ਵੀਡੀਓ ਵਿੱਚ ਤੇ ਐਂਡ ਵਿੱਚ ਤੁਹਾਨੂੰ ਸਮ ਵੀ ਕਰਕੇ ਦਿਖਾਇਆ ਕਿ ਤੁਸੀਂ ਬਹੁਤ ਹੀ ਈਜ਼ੀਲੀ ਤਰੀਕੇ ਨਾਲ ਸਮ ਕੱਢ ਸਕਦੇ ਹੋ। ਕਿੰਨਾ ਈਜ਼ੀ ਹੋਊਗਾ, ਇਸ ਕਰਕੇ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ, ਠੀਕ ਹੈ, ਤਾਂ ਕਿ ਤੁਹਾਡੇ ਦਿਮਾਗ ਵਿੱਚ ਜੋ ਵੀ ਰਿਲੇਟਡ ਇਸ ਚੈਪਟਰ ਦੇ ਨਾਲ ਡਰ ਹੈ ਨਾ, ਡਰ ਹੀ ਬੈਠਾ ਹੋਇਆ ਹੈ, ਉਹ ਬਾਹਰ ਨਿਕਲ ਜਾਵੇ, ਕਿਉਂਕਿ ਬਹੁਤ ਈਜ਼ੀ ਚੈਪਟਰ ਹੋਣ ਵਾਲਾ ਤੁਹਾਡਾ। ਚਲੋ ਸ਼ੁਰੂ ਕਰਦੇ ਹਾਂ। ਫਸਟ ਇਹਨਾਂ ਦੇ ਮੀਨਿੰਗ ਸਮਝ ਲੈਂਦੇ ਹਾਂ, ਵਰਡ ਮੀਨਿੰਗ, ਕਿਉਂਕਿ ਸਮਝਣਾ ਬਹੁਤ ਹੀ ਜ਼ਰੂਰੀ ਹੈ। ਸੋ ਲੈਟਸ ਸਟਾਰਟ। ਸਟਾਰਟਿੰਗ ਫਰੋਮ ਦੀ ਵਰਡ ਮੀਨਿੰਗ ਗਾਇਸ, ਬਹੁਤ ਹੀ ਈਜ਼ੀ ਹੈ। ਦੇਖੋ ਇਹ ਦੋ ਸ਼ਬਦਾਂ ਦਾ ਮਿਲ ਕੇ ਬਣਿਆ ਹੈ, ਬੈਂਕ ਪਲੱਸ ਰੀਕਨਸੀਲੇਸ਼ਨ। ਠੀਕ ਹੈ, ਦੋਨਾਂ ਦੇ ਮੀਨਿੰਗ ਦੇਖੋ। बैंक तो सीधे पता लग रहा है एक फाइनेंशियल इंस्टीट्यूट संस्था है ना, ਤੁਹਾਨੂੰ ਪਤਾ ਹੈ ਬੈਂਕ ਕੀ ਹੁੰਦਾ ਹੈ, ਇੱਕ ਸੰਸਥਾ ਹੈ ਜੋ ਕਿ ਪੈਸਿਆਂ ਦਾ ਵਪਾਰ ਕਰਦੀ ਹੈ। ਤੁਸੀਂ ਕਹੋਗੇ ਪੈਸਿਆਂ ਦਾ ਵਪਾਰ ਹੁੰਦਾ, ਯੈਸ ਪੈਸਿਆਂ ਦਾ ਵੀ ਵਪਾਰ ਹੁੰਦੀ ਹੈ। ਸਾਡੇ ਤੋਂ ਹੀ ਪੈਸਾ ਲੈ ਕੇ ਸਾਡਾ ਹੀ ਪੈਸਾ ਯੂਜ਼ ਕਰਕੇ ਉਹ ਫਾਇਦਾ ਕਮਾ ਰਹੀ ਹੈ। ਠੀਕ ਹੈ, ਇੱਕ ਫਾਈਨੈਂਸ਼ੀਅਲ ਇੰਸਟੀਟਿਊਟ ਹੈ, ਪੈਸਿਆਂ ਦਾ ਵਪਾਰ ਕਰਦੀ ਹੈ ਬੈਂਕ। ਠੀਕ ਹੈ, ਉਸ ਤੋਂ ਬਾਅਦ ਰੀਕਨਸੀਲੇਸ਼ਨ। ਰੀਕਨਸੀਲੇਸ਼ਨ ਦਾ ਕੀ ਮਤਲਬ ਹੈ? ਰੀਕਨਸੀਲੇਸ਼ਨ मतलब रिवीजन, मतलब एक बार दोबारा देखना, मिलान करना, चेक करना, इसमें रीकनसीलेशन कह देंगे। कुछ ज़्यादा औखा नहीं, मतलब वर्ड मीनिंग तो ही ना वर्ड ही देखते रीकनसीलेशन एडा वड्डा लिखा हुआ है, इतों ही बच्चे डर जाते हैं कि मतलब पता नहीं की होगा। ये तो कुछ मतलब रीकनसीलेशन मतलब होंगे रिवीजन, दोबारा देखना, उन्होंने मिलान करना, चेक करना, जस्ट चेक करना। सो ईजी ना, वर्ड मीनिंग तो थानू क्लीयर होगा। बैंक के स्टेटमेंट आप री चेक करना है, मतलब कि कंसीलेशन करना है, मतलब मिलान करना है जस्ट। ओके, सो ਹੁਣ ਨੈਕਸਟ ਕੁਐਸਚਨ ਇਹ ਅਰਾਈਜ਼ ਹੁੰਦਾ ਕਿ ਵਾਟ ਟੂ ਰੀਕਨਸੀਲੇਸ਼ਨ। ਸਾਨੂੰ ਬੈਂਕ ਰੀਕਨਸੀਲੇਸ਼ਨ ਦਾ ਮਤਲਬ ਤਾਂ ਪਤਾ ਲੱਗ ਗਿਆ ਕਿ ਬੈਂਕਿੰਗ ਸਟੇਟਮੈਂਟ ਦਾ ਮਿਲਾਨ ਕਰਨਾ ਹੈ, ਰੀਚੈਕ ਕਰਨਾ ਹੈ, ਪਰ ਆਖਿਰ ਵਾਟ ਟੂ ਰੀਕਨਸੀਲੇਸ਼ਨ, ਕਿਸ ਚੀਜ਼ ਦਾ ਮਿਲਾਨ ਕਰਨਾ ਹੈ, ਕਿਸ ਚੀਜ਼ ਨੂੰ ਚੈੱਕ ਕਰਨਾ ਹੈ? ਤਾਂ ਓਬਵੀਅਸ ਹੈ, ਤੁਹਾਡੇ ਦਿਮਾਗ 'ਚ ਆ ਹੀ ਗਿਆ ਹੋਣਾ ਕਿ ਬੈਂਕ ਦੇ ਟ੍ਰਾਂਜੈਕਸ਼ਨ ਨੂੰ ਹੀ ਕਰਾਂਗੇ, ਜੋ ਵੀ ਲੈਣ ਦੇਣ ਕਰ ਰਿਹਾ ਹੈ। ਠੀਕ ਹੈ, ਅਤੇ ਤੁਹਾਨੂੰ ਪਤਾ ਹੋਣਾ ਹੈ ਕਿ ਬੈਂਕ ਆਪਣੇ ਆਲ ਟ੍ਰਾਂਜੈਕਸ਼ਨਸ, ਜਿੰਨੇ ਵੀ ਟ੍ਰਾਂਜੈਕਸ਼ਨ ਕਰਦੀ ਹੈ ਉਹ ਕਿੱਥੇ ਰਿਕਾਰਡ ਕਰਦੀ ਹੈ? ਪਾਸਬੁੱਕ ਵਿੱਚ। इज़ दैट क्लीयर? ठीक है ना, बैंक अपने सारे ट्रांजैक्शन पासबुक ਵਿੱਚ ਰਿਕਾਰਡ ਕਰਦੀ ਹੁੰਦੀ ਹੈ। ਠੀਕ ਹੈ, ਤੇ ਬਿਜ਼ਨਸ ਗਾਇਜ਼, ਬਿਜ਼ਨਸ ਵੀ ਜੋ ਵੀ ਬੈਂਕ ਵਿੱਚ ਹੋ ਰਿਹਾ ਨਾ ਉਸ ਦਾ ਹੀ ਇੱਕ ਹੂਬਹੂ ਕਾਪੀ, ਠੀਕ ਹੈ, ਕੈਸ਼ ਬੁੱਕ ਵਿੱਚ ਰਿਕਾਰਡ ਕਰਦੀ ਹੈ। ਤੁਸੀਂ ਕੈਸ਼ ਬੁੱਕ ਬਣਾਇਆ, ਯਾਦ ਹੋਣਾ ਤੁਹਾਨੂੰ, ਇਹ ਸੇਮ ਟੂ ਸੇਮ ਕੈਸ਼ ਬੁੱਕ ਦੀ ਕਾਪੀ ਹੁੰਦੀ ਹੈ। ਕੈਸ਼ ਬੁੱਕ ਕੀਤਾ ਨਾ, ਠੀਕ ਹੈ, ਕੈਸ਼ ਬੁੱਕ ਵਿੱਚ ਅਸੀਂ ਡਬਲ ਕਾਲਮ ਕੈਸ਼ ਬੁੱਕ ਕੀਤਾ ਸੀ, ਰਾਈਟ। ਉਹਦੇ ਵਿੱਚ ਇੱਕ ਕੈਸ਼ ਦਾ ਆਪਸ਼ਨ ਹੁੰਦਾ ਹੈ, ਇੱਕ ਬੈਂਕ ਦਾ ਹੁੰਦਾ ਹੈ। तो ਜਿਹੜਾ ਬੈਂਕ ਵਾਲਾ ਕਾਲਮ ਹੁੰਦਾ ਸੀ ਨਾ, ਉਹ ਹੂਬਹੂ ਕਾਪੀ ਕਿਸ ਚੀਜ਼ ਦੀ ਹੈ? ਕੈਸ਼ ਪਾਸਬੁੱਕ ਦੀ। ਪਾਸਬੁੱਕ ਬੈਂਕ ਜੋ ਰਿਕਾਰਡ ਕਰ ਰਹੀ ਹੈ ਉਹ ਸਾਡਾ ਹੀ ਰਿਕਾਰਡ ਹੈ। ਠੀਕ ਹੈ, ਜੋ ਅਸੀਂ ਬੈਂਕ ਦਾ ਇੱਥੇ ਕੈਸ਼ ਬੁੱਕ ਵਿੱਚ ਰਿਕਾਰਡ ਕਰਦੇ ਹਾਂ। ਸੋ ਇੱਥੇ ਤੁਹਾਨੂੰ ਇੱਕ ਚੀਜ਼ ਕਾਮਨ ਦੇਖਣ ਨੂੰ ਮਿਲ ਰਿਹਾ ਕਿ ਇੱਕੋ ਹੀ ਟ੍ਰਾਂਜੈਕਸ਼ਨ ਦੋ ਜਗ੍ਹਾ ਰਿਕਾਰਡ ਹੋ ਰਿਹਾ ਹੈ। ਇੱਕ ਤਾਂ ਬਿਜ਼ਨਸ ਆਪਣੇ ਕੈਸ਼ ਬੁੱਕ ਵਿੱਚ ਰਿਕਾਰਡ ਕਰ ਰਿਹਾ ਹੈ, ਦੂਸਰਾ ਬੈਂਕ ਉਹੀ ਟ੍ਰਾਂਜੈਕਸ਼ਨ ਨੂੰ ਆਪਣੇ ਪਾਸਬੁੱਕ ਵਿੱਚ ਰਿਕਾਰਡ ਕਰ ਰਿਹਾ ਹੈ। इज़ दैट क्लियर? एक ही ट्रांजैक्शन ਨੂੰ ਦੋ ਵਿਅਕਤੀ ਰਿਕਾਰਡ ਕਰ ਰਹੇ ਆ। ਬੈਂਕ ਆਪਣੇ ਪਾਸਬੁੱਕ ਵਿੱਚ ਰਿਕਾਰਡ ਕਰ ਰਹੀ ਹੈ, ਬਿਜ਼ਨਸ ਆਪਣੇ ਕੈਸ਼ ਬੁੱਕ ਵਿੱਚ ਰਿਕਾਰਡ ਕਰ ਰਹੀ ਹੈ। ਸੋ ਇੱਥੇ ਰੂਲ ਇਹ ਅਪਲਾਈ ਹੁੰਦਾ, ਠੀਕ ਹੈ। ਦੇਖੋ ਐਗਜ਼ਾਮਪਲ ਕਹਿੰਦਾ ਵੈਨ ਟੂ ਪਰਸਨਸ ਰਿਕਾਰਡ ਸੇਮ ਟ੍ਰਾਂਜੈਕਸ਼ਨ ਦੈਨ ਬੈਲੈਂਸ ਵਿਲ ਬੀ ਆਲਵੇਜ਼ ਸੇਮ। ਠੀਕ ਹੈ, ਇਹ ਗੱਲ ਤੁਹਾਡੇ ਕਲੀਅਰ ਹੈ ਨਾ ਕਿ ਜਦੋਂ ਵੀ, ਸਿੰਪਲ ਹੈ ਯਾਰ, ਕਿ ਜਦੋਂ ਵੀ ਕੋਈ ਇੱਕੋ ਹੀ ਟ੍ਰਾਂਜੈਕਸ਼ਨ ਨੂੰ ਦੋ ਵਿਅਕਤੀ, ठीक है, दो व्यक्ति एक ही ट्रांजैक्शन रिकॉर्ड करेगा तो द बैलेंस हमेशा सेम ही होगा ना। ठीक है, सेम होगा। एक ही सवाल में दो जने करोगे तो आंसर तो सेम ही होना है, अलग अलग आ ही नहीं सकता। सो पासबुक एंड कैश बुक रूल है कि ऑलवेज विल इक्वल, हमेशा सेम होंगे है। बैलेंस का की होना है? बराबर। इफ इत्थे अगर आप यही करना है कि रिकनसीलेशन किस चीज़ ਨੂੰ करना है, अगर दोनों चीज़ पासबुक एंड कैश बुक इक्वल नहीं होंगे, यही चीज़ में असीं रीकनसीलेशन करना है, चेक करना है कि आखिर दोनों क्यों नहीं। साडा रूल तो कह रहा है कि असीं जब एक ही ट्रांजैक्शन दो बंदे रिकॉर्ड कर रहे हैं जबकि सेम है, सो बराबर होना चाहिए, इक्वल होना चाहिए। बट आखिर की रीजनस है किस करके साडा इक्वल नहीं आ रहा है? ठीक है, देन वी हैव टू प्रिपेयर बैंक रीकनसीलेशन स्टेटमेंट। फिर सानू बैंक रीकनसीलेशन स्टेटमेंट तैयार करना पैंदा है। सो असी
इसनों इस तरह भी कह सकते हैं, ऑल्सो वी कैन से, ठीक है। बैंक रिकनसिलेशन की है, देखो पासबुक एंड कैश बुक ਦੇ ਵਿੱਚ जो डिफरेंस क्रिएट हो रहा है, ठीक है, उसनों रैक्टिफाई करना, सही करना, जो भी डिफरेंस आ रहा है। साडा रूल तो कहता कि दोनों इक्वल होना चाहिए है, यही कह रहे हैं ना कि दोनों इक्वल होना चाहिए, समझ पा रहे हो ना कि दोनों हमेशा इक्वल होना चाहिए, बट इक्वल नहीं है। तो वही जो डिफरेंस आ रहा है ना उसनों रैक्टिफाई करना ही ਅਸੀਂ बैंक रिकनसिलेशन कहते हैं। चैकिंग एंड रेक्टिफाई द एरर, जो भी गलतियां हैं उसमें चेक करना है, रेक्टिफाई करना है। गैप फिलिंग, जो भी दोनों विच गैप आ रहा है उन्हें फिल करना है। इट्स कॉल्ड बैंकिंग रिकनसिलेशन। क्लियर है ना मीनिंग? क्लियर। हुण चलो कंसैप्ट ते चलते हैं, ठीक है। सो फर्स्ट 2 पॉइंट इज़ क्लीयर कि ਅਸੀਂ बैंक रिकनसिलेशन ਦਾ मतलब समझ लिया, ਅਸੀਂ क्यों कर रहे हैं, ठीक है, की रीज़न है तो किस चीज़ ਦਾ रिकनसिलेशन करना है ये भी समझ लिया। ਹੁਣ थर्ड पॉइंट आंदा कि हाउ टू रिकनसाइल, यानी कि किस तरह ਅਸੀਂ ठीक करांगे, ठीक है, किस तरह ਅਸੀਂ ਰੈਕਟੀਫਾਈ करना है। ਉਸ ਤੋਂ ਪਹਿਲਾਂ ਗਾਇਜ਼ ਇਸ ਅਸੀਂ ਇਹ ਸਮਝੀਏ ਕਿ ਇਸ ਨੂੰ ਕਿਸ ਤਰ੍ਹਾਂ ਠੀਕ ਕਰਾਂਗੇ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਿਸ ਤਰ੍ਹਾਂ ਬਣੇ ਹੈ। क्लीयर समझ रहे हो ना मेरी बात ਨੂੰ, ठीक है, कि किस तरह बने, ਅਸੀਂ जब ਸਾਨੂੰ पता होना कि इन्होंने किस तरह अकाउंट्स मेनटेन किया है, किस तरह बनाया है, ਤਾਂ ਹੀ ਅਸੀਂ ਇਸ ਨੂੰ ठीक कर पावांगे। क्लीयर। ਹੁਣ ਅਸੀਂ जस्ट कुछ मिनट ਵਿੱਚ समझ लेते हैं कि आखिर किस तरह इन्होंने अकाउंट क्रिएट किया है। ओके, सो देखो फोर्थ क्वेश्चन ये राइज हो रहा है, हाउ दे रिकॉर्ड देयर ट्रांजैक्शंस, यानी कि अपने ट्रांजैक्शन ਨੂੰ ਕਿੱਦਾਂ ਰਿਕਾਰਡ ਕਰਦੇ ਆ। ਤੇ ਦੋਨਾਂ ਵਿੱਚ ਥੋੜਾ ਡਿਫਰੈਂਸ ਆ, ਉਹ ਤੁਹਾਡੇ ਲਈ ਸਮਝਣਾ ਬਹੁਤ ਹੀ ਜ਼ਰੂਰੀ ਹੈ। ਹੁਣ ਧਿਆਨ ਨਾਲ ਮੇਰੀ एग्जाम्पल देखो, बहुत ही ईजी एग्जाम्पल है, ठीक है। देखो एग्जाम्पल नंबर 2, इन एनी ट्रांजैक्शंस देयर आर 2 पार्टीज, ठीक है। ਸਾਨੂੰ ਪਤਾ ਹੈ ਕਿ ਕੋਈ ट्रांजैक्शन ਵਿੱਚ 2 ਪਾਰਟੀਜ਼ ਹੁੰਦੇ ਆ। ओके, एक ਤਾਂ ਹੁੰਦਾ कौन, गिवर, एंड एक रिसीवर ਹੁੰਦਾ है जो रिसीव करता है। समझ लो कि कैश दे रहा, एक गिवर ਸੀਗਾ ਬੰਦਾ, ਇੱਕ ਬੰਦੇ ਨੇ, ਜਿਸ ਬੰਦੇ ਨੇ ਇੱਕ ਬੰਦੇ ਨੂੰ ਕੈਸ਼ ਦਿੱਤਾ, ਠੀਕ ਹੈ। ਹੁਣ ਇੱਥੇ ਧਿਆਨ ਨਾਲ ਇੱਕ ਕੰਸੈਪਟ ਸਮਝੋ ਕਿ ਜੋ ਬੰਦਾ ਕੈਸ਼ ਦੇ ਰਿਹਾ ਉਹਦੇ ਲਈ ਕੈਸ਼ ਇਸ ਟਾਈਮ ਐਸੈਟ ਹੁੰਦਾ ਹੈ। ਕਲੀਅਰ। ਉਹ ਕੈਸ਼ ਨੂੰ ਐਸੈਟ ਮੰਨੂਗਾ, ਬਟ ਜੋ ਬੰਦਾ ਰਿਸੀਵ ਕਰ ਰਿਹਾ ਨਾ, ਯਾਨੀ ਕਿ ਉਧਾਰ ਦਿੱਤਾ ਸੀ ਇਹਨੇ, ਉਧਾਰ ਹੀ ਹੁੰਦਾ। ਯਾਨੀ ਕਿ ਆਪਾਂ ਬੈਂਕ ਵਿੱਚ ਜੋ ਵੀ ਪੈਸਾ, ਇਹ ਗੱਲ ਹੋਰ ਤੁਹਾਨੂੰ ਨੋਟ ਕਰਨ ਵਾਲੀ ਸੀ ਕਿ ਆਪਾਂ ਜੋ ਵੀ ਪੈਸਾ ਬੈਂਕ ਵਿੱਚ ਜਮ੍ਹਾਂ ਕਰਾਉਂਦੇ ਨਾ ਉਹ ਇੱਕ ਹਿਸਾਬ ਦਾ ਬੈਂਕ ਲਈ ਉਧਾਰ ਹੁੰਦਾ ਹੈ, ਠੀਕ ਆ। ਉਹ ਉਹਨਾਂ ਦਾ ਪੈਸਾ ਨਹੀਂ ਹੁੰਦਾ, ਪੈਸਾ ਕਿਹਨਾਂ ਦਾ ਹੁੰਦਾ, ਸਾਡਾ ਹੁੰਦਾ, ਠੀਕ ਹੈ। ਅਸੀਂ ਗਿਵਰ ਹੁੰਦੇ ਹਾਂ, ਉਹ ਰਿਸੀਵਰ ਹੁੰਦੇ ਆ। ਅਤੇ ਜੋ ਪੈਸਾ ਰਿਸੀਵ ਕਰਦੇ ਨਾ ਉਹ ਪੈਸੇ ਨੂੰ ਲੈਬਿਲਟੀ ਦੇ ਤੌਰ 'ਤੇ ਲੈਂਦੇ ਆ, ਇਹਨਾਂ ਦੀ ਦੇਣਦਾਰੀ ਹੁੰਦੀ, ਕਦੇ ਨਾ ਕਦੇ ਉਹਨਾਂ ਨੇ ਸਾਨੂੰ ਵਾਪਸ ਕਰਨਾ ਹੀ ਹੈ। क्लीयर। ओके, ਹੁਣ देखो कि ਇਹ ਆਪਣੇ ट्रांजैक्शंस किस तरह रिकॉर्ड करते हैं। ट्रांजैक्शंस किस तरह रिकॉर्ड करते हैं, देखो बिजनेस कौन है, गिवर, वो पैसा किहनूं दिंदी है, बैंक नूं, ठीक है। बैंक उस पैसे नूं लायबिलिटी मंनदी है, जद कि बिजनेस उस पैसे नूं अपना सैट मंनदा है। तो बिजनेस ने बनाया कैश बुक, बैंक ने बनाया पासबुक। तो हुण सिंपल है कि एक लिए असैट है, एक लिए लायबिलिटी है, तो दोनों ने अलग अलग ट्रांजैक्शंस रिकॉर्ड करने हैं, ठीक है। हुण इस तरह तुहानूं पता ही है, तुहानूं मैं रूल दस्सिया सी कि जदों एसैट है, कैश बिजनेस लिए एसैट हुंदा है, तो जदों भी एसैट बिजनेस विच इनक्रीज़ हुंदा है तो उसनूं असीं डैबिट कर दिंदे हैं। क्लीयर है ना। कैश बुक विच सेम रूल फॉलो होंदा है, इस करके ये ना समझो कैश बुक असीं कीता ही नहीं, जे नहीं कीता तां ये जनरल रूल ही है। जे सानूं जनरल आंदा होगा तो असीं कुछ भी कर सकते हैं। क्लीयर। ओके, कैश जो इनक्रीज़ होया उसनूं असीं डैबिट कर देवांगे, कैश जो डिक्रीज़ होया उसनूं क्रेडिट कर देवांगे। पर बैंक उल्टा करदी हुंदी है, क्यों? क्योंकि उन्हां लई लायबिलिटी है, एसैट नहीं है। लायबिलिटी दा रूल उल्टा है, ठीक है। जदों उन्हां कोल कैश आंदा है, आपां जदों जमा कराते हैं उन्हां दी लायबिलिटी वध जांदी है, इसलिए लायबिलिटी तां पता है, जदों लायबिलिटी वध गई उन्हां नूं की करांगे, क्रेडिट। एंड जो लायबिलिटी घट गई, जो असीं पैसा घटा लेंदे हैं उसनूं डैबिट करदे, उल्टा करदे हैं। इज़ दैट क्लीयर? बहुत ईजी सी, क्योंकि जो साडे लिए एसैट, ये एसैट एंड लायबिलिटी का रूल है जनरल ही है, बेसिक जनरल। क्लीयर हो गया ना। ओपोजिट, इन्होंने ओपोजिट एक दूसरे तो ओपोजिट रिकॉर्ड करना होंदा है, ठीक है। ये लिए असैट है तो इन्हें असैट इनक्रीज़ तो डैबिट करता, डिक्रीज़ तो क्रेडिट करता। ये लिए लायबिलिटी है तो लायबिलिटी इन्होंने
ਇਨਕਰੀਜ਼ ਤੇ ਕ੍ਰੈਡਿਟ ਕਰਤਾ ਤੇ ਡਿਕਰੀਜ਼ ਤੇ ਡੈਬਿਟ ਕਰਤਾ। ਕਲੀਅਰ? ਇਹ ਕਲੀਅਰ ਹੋਣਾ ਚਾਹੀਦਾ ਤੁਹਾਡੇ ਮਾਈਂਡ ਵਿੱਚ ਕਿ ਬੈਂਕ ਕੀ ਕਰਦੀ ਹੁੰਦੀ ਆ ਤੇ ਬਿਜ਼ਨਸ ਹੀ ਕਰਦਾ, ਕਿਉਂਕਿ ਇਹ ਤੁਹਾਡੇ ਫਿਊਚਰ ਵਿੱਚ ਰੀਅਲ ਲਾਈਫ ਵਿੱਚ ਵੀ ਕੰਮ ਆਉਂਦਾ ਗਾਈਜ਼। ਰੀਅਲ ਲਾਈਫ ਵਿੱਚ ਵੀ ਤੁਸੀਂ ਆਪਣੇ ਪਾਸਬੁੱਕ ਚੈੱਕ ਕਰੋਗੇ ਨਾ ਤਾਂ ਉਹਨਾਂ ਨੇ ਜੋ ਪੈਸਾ ਤੁਹਾਡੇ ਜਮ੍ਹਾਂ ਹੋਇਆ ਨਾ ਉਸ ਨੂੰ ਕ੍ਰੈਡਿਟ ਕੀਤਾ ਹੋਣਾ ਹੈ, ਜੋ ਤੁਸੀਂ ਕਢਾ ਲੈਂਦੇ ਉਹਨੂੰ ਡੈਬਿਟ ਕਰਦੇ ਆ। ਦੇਖਿਓ ਆਪਣਾ ਪਾਸਬੁੱਕ ਇੱਕ ਵਾਰੀ ਖੋਲਿਓ ਤਾਂ ਚੈੱਕ ਕਰਿਓ, ਸੇਮ ਇੱਦਾਂ ਦੀ ਹੋਣੀ ਐਂਟਰੀ। ਬੈਂਕ ਵਾਲੇ ਇੱਦਾਂ ਹੀ ਕਰਦੇ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਡੈਬਿਟ ਵੇਲੇ ਕੀ ਹੋਇਆ ਆ ਸਾਡੇ ਬੈਂਕ ਵਿੱਚੋਂ, ਕ੍ਰੈਡਿਟ ਵੇਲੇ ਕੀ ਹੋਇਆ ਸਾਡੇ ਅਕਾਊਂਟ ਵਿੱਚੋਂ। ਨਹੀਂ ਤਾਂ ਤੁਹਾਨੂੰ ਮੈਸੇਜ ਆਊਗਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਮੈਸੇਜ ਦਾ ਮਤਲਬ ਕੀ। ਅਸੀਂ ਤਾਂ ਡੈਬਿਟ ਕ੍ਰੈਡਿਟ ਬਿਜ਼ਨਸ ਵਾਲਾ ਕੀਤਾ ਸੀ, ਇਹ ਸਾਡਾ ਬੈਂਕ ਦਾ ਡੈਬਿਟ ਕ੍ਰੈਡਿਟ ਹੈ। ਓਕੇ, ਡੂ ਯੂ ਅੰਡਰਸਟੈਂਡ? ਸੋ ਫਾਈਨਲੀ ਤੁਸੀਂ ਸਾਰੀ ਥਿਊਰੀ ਕਵਰ ਕਰ ਲਈ ਹੈ, ਠੀਕ ਹੈ, ਕੰਸੈਪਟ ਸਮਝ ਲਿਆ। ਹੁਣ ਬਸ ਇੱਕ ਬਹੁਤ ਹੀ ਛੋਟਾ ਜਿਹਾ ਕੰਮ ਰਹਿ ਗਿਆ ਕਿ ਹਾਊ ਟੂ ਰੀਕਨਸਾਈਲ, ਯਾਨੀ ਕਿ ਗਲਤੀਆਂ ਨੂੰ ਠੀਕ ਕਿੱਦਾਂ ਕਰਨਾ ਹੈ। ਜੋ ਵੀ ਡਿਫਰੈਂਸ ਕ੍ਰੀਏਟ ਹੋਇਆ ਸਾਡੇ ਕੈਸ਼ ਬੁੱਕ ਐਂਡ ਪਾਸਬੁੱਕ ਵਿੱਚ, ਠੀਕ ਹੈ, ਉਸ ਨੂੰ ਠੀਕ ਕਿੱਦਾਂ ਕਰਨਾ ਹੈ। ਬਹੁਤ ਹੀ ਛੋਟਾ ਜਿਹਾ ਐਗਜ਼ਾਮਪਲ ਹੈ। ਇਸ ਐਗਜ਼ਾਮਪਲ ਮਤਲਬ ਕਿ ਰੀਅਲ ਲਾਈਫ ਐਗਜ਼ਾਮਪਲ 'ਤੇ ਹੈ। ਰੀਅਲ ਲਾਈਫ ਵਿੱਚ ਅਸੀਂ ਇਸ ਪ੍ਰੋਬਲਮ ਨੂੰ ਕਿੱਦਾਂ ਸੋਲਵ ਕਰਦੇ ਹਾਂ, ਬੈਂਕ ਵੀ ਸੇਮ ਸੋਲਵ ਕਰਦੀ ਹੈ, ਠੀਕ ਹੈ। ਤੁਸੀਂ ਬਸ ਐਗਜ਼ਾਮਪਲ ਦੇਖੋ ਅਤੇ ਸਮਝ ਜਾਣਾ ਕਿ ਬੈਂਕ ਕਰਦੀ ਕੀ ਹੁੰਦੀ ਹੈ। ਓਕੇ, ਅਤੇ ਹਾਂ, ਥਿਊਰੀ ਤੁਹਾਨੂੰ ਕਰਾਉਣਾ ਬਹੁਤ ਜ਼ਰੂਰੀ ਸੀ ਕਿਉਂਕਿ ਤੁਹਾਡਾ MCQs ਬੇਸਡ ਪੇਪਰ ਆਉਣੇ ਆ ਅਤੇ ਤੁਹਾਨੂੰ ਥਿਊਰੀ ਸਾਰਾ ਕੰਸੈਪਟ ਤੁਹਾਨੂੰ ਸਮਝ ਹੋਣਾ ਚਾਹੀਦਾ ਹੈ। ਸੋ ਐਗਜ਼ਾਮਪਲ ਦੇਖਦੇ ਹਾਂ। ਦੇਖੋ, ਦੋ ਫਰੈਂਡ ਸੀਗੇ, ਰੀਅਲ ਲਾਈਫ 'ਤੇ ਆ, ਬਿਜ਼ਨਸ 'ਤੇ ਅਸੀਂ ਜਾਂਦੇ ਹਾਂ, ਠੀਕ ਹੈ, ਠਹਿਰ ਕੇ। ਬਿਜ਼ਨਸ ਵੀ ਸੇਮ ਕਰਦੇ ਜਿੱਦਾਂ ਅਸੀਂ ਰੀਅਲ ਲਾਈਫ 'ਤੇ ਕਰਦੇ ਹਾਂ। ਸੋ ਦੇਖੋ, ਦੋ ਫਰੈਂਡ ਸੀਗੇ, ਵਨ ਯਮਲਾ, ਸੈਕਿੰਡ ਪਗਲਾ। ਯਮਲਾ ਨੇ 1000 ਰੁਪੀਜ਼ 1000 ਰੁਪਏ ਪਗਲਾ ਨੂੰ ਦਿੱਤੇ ਅਤੇ ਮੰਥ ਦੇ ਲਾਸਟ ਵਿੱਚ ਕੈਲਕੂਲੇਟ ਕੀਤਾ ਇਹਨਾਂ ਨੇ, ਆਪਣਾ ਅਕਾਊਂਟ ਚੈੱਕ ਕੀਤਾ ਅਤੇ ਇਹਦੇ ਅਕਾਊਂਟ ਵਿੱਚ ਠੀਕ 1000 ਰੁਪਏ ਬੈਲੈਂਸ ਦਿਖਾ ਰਿਹਾ ਸੀ। ਬਟ ਪਗਲਾ ਨੇ ਆਪਣੇ ਅਕਾਊਂਟ ਚੈੱਕ ਕੀਤੇ ਤਾਂ ਉਹਦੇ ਵਿੱਚ ਕਿੰਨੇ 801 ਰੁਪਏ ਦਿਖਾ ਰਿਹਾ ਸੀ। ਹਾਊ ਇਜ਼ ਪੋਸੀਬਲ, ਠੀਕ ਹੈ। ਉਹਨੇ ਕਿਹਾ ਕਿੱਦਾਂ ਹੋ ਸਕਦਾ ਹੈ ਜਦੋਂ ਕਿ ਆਪਾਂ 1000 ਰੁਪਏ ਦੀ ਟ੍ਰਾਂਜੈਕਸ਼ਨ ਹੀ ਰਿਕਾਰਡ ਕੀਤੀ ਹੈ ਅਤੇ ਮੇਰੇ 1000 ਰੁਪਏ ਸ਼ੋ ਹੋ ਰਿਹਾ ਹੈ, 1000 ਰੁਪਏ ਮੈਂ ਤੇਰੇ ਤੋਂ ਲੈਣੇ ਹੈ, ਪਰ ਤੇਰੇ ਬੁੱਕ 'ਚ ਕਿੱਦਾਂ 801 ਰੁਪਏ ਸ਼ੋ ਹੋ ਰਿਹਾ ਹੈ, ਇਹ ਕਿੱਦਾਂ ਹੋਇਆ। ਫਿਰ ਉਹਨਾਂ ਨੇ ਚੈੱਕ ਕੀਤਾ ਅਤੇ ਪਗਲਾ ਨੇ ਫਿਰ ਕਿਹਾ, ਹਾਂ ਯਾਦ ਆਇਆ, ਇਹ ਟ੍ਰਾਂਜੈਕਸ਼ਨ ਇਹਨੇ ਚੈੱਕ ਕੀਤੇ, ਠੀਕ ਹੈ, ਅਤੇ ਉਹਨੂੰ ਯਾਦ ਦਿਲਾਇਆ ਕਿ ਇੱਕ ਵਾਰ ਤੂੰ ਮੈਨੂੰ ਕਾਲ ਕਰਕੇ ਕਿਹਾ ਸੀ ਕਿ ਜੀਓ ਦਾ ਰੀਚਾਰਜ ਕਰ ਦੇ 199 ਦਾ, ਠੀਕ ਹੈ, ਅਤੇ ਉਹ ਮੈਂ ਮਾਈਨਸ ਕੀਤੇ ਆ। ਇਹਨੇ ਕਿਹਾ ਉਹ ਯਾਰ ਮੈਂ ਤਾਂ ਭੁੱਲ ਗਿਆ, ਮਾਈਨਸ ਹੀ ਨਹੀਂ ਕੀਤੇ, ਤਾਂ ਕਰਕੇ ਮੇਰੇ ਡਿਫਰੈਂਸ ਆ ਰਹੇ ਆ। ਸੋ ਸਮਝ ਲੱਗਾ ਡਿਫਰੈਂਸ ਕਿੰਨਾ ਹੈ, 199 ਦਾ। ਇਹ ਕਿੱਦਾਂ ਆਇਆ, ਇਹਨੇ 1000 ਰੁਪਏ 'ਚੋਂ ਮਾਈਨਸ ਕਰ ਲਿਆ, ਠੀਕ ਹੈ, 801 ਰੁਪਏ ਆ ਗਿਆ, ਬਟ ਇਹ ਭੁੱਲ ਗਿਆ ਕਿਸੇ ਕਾਰਨ। ਸੇਮ ਹੀ ਇੱਦਾਂ ਦੀ ਮਿਸਟੇਕ ਹੀ ਬਸ ਆਪਾਂ ਉੱਥੇ ਕਰਨਾ ਹੈ ਬੈਂਕ ਰੀਕਨਸੀਲੇਸ਼ਨ ਵਿੱਚ। ਅਸੀਂ ਕਿਸ ਚੀਜ਼ ਨੂੰ ਭੁੱਲ ਗਏ ਹਾਂ, ਕਿਸ ਚੀਜ਼ ਨੂੰ ਰਿਕਾਰਡ ਕਰਨਾ ਸੀ, ਕਿਸ ਚੀਜ਼ ਨੂੰ ਨਹੀਂ ਰਿਕਾਰਡ ਕਰਨਾ ਸੀ, ਬਸ ਉਹੀ ਚੈੱਕ ਕਰਨਾ ਹੈ। ਇਜ਼ ਦੈਟ ਕਲੀਅਰ? ਹੁਣ ਦੇਖੋ ਇਹਦੇ ਅਕਾਊਂਟ ਵਿੱਚ 801 ਰੁਪਏ ਆ ਅਤੇ ਇਹਦੇ ਅਕਾਊਂਟ ਵਿੱਚ 1000 ਰੁਪਏ ਆ, ਅਤੇ ਇਸ ਨੂੰ ਰੈਕਟੀਫਾਈ ਕਰਨ ਦੇ ਦੋ ਤਰੀਕੇ ਆ। ਜਾਂ ਤਾਂ ਯਮਲਾ, ਠੀਕ ਹੈ, ਯਮਲਾ ਆਪਣੇ ਟ੍ਰਾਂਜੈਕਸ਼ਨ ਰਿਕਾਰਡ ਕਰੇ, ਜਾਂ ਤਾਂ ਪਗਲਾ ਆਪਣਾ ਮਤਲਬ ਇਹਦੇ ਬਰਾਬਰ ਕਰੇ। ਕਲੀਅਰ ਹੈ ਨਾ? ਹੁਣ ਦੇਖੋ, ਇਸ ਸਿਚੁਏਸ਼ਨ ਨੂੰ ਡੀਲ ਕਰਨ ਲਈ ਜਾਂ ਤਾਂ ਦੋ ਤਰੀਕੇ ਹੋ ਸਕਦਾ ਹੈ। ਜਾਂ ਤਾਂ ਯਮਲਾ ਕਵੇ ਕਿ ਯਮਲਾ ਹੁਣ ਇੱਕ ਗੱਲ ਧਿਆਨ ਨਾਲ ਸਮਝੋ, ਧਿਆਨ ਨਾਲ, ਬਿਲਕੁਲ ਇਹੀ ਚੀਜ਼ ਸਮਝਣ ਵਾਲੀ ਹੈ, ਠੀਕ ਹੈ। ਹੁਣ ਦੇਖੋ, ਯਮਲਾ ਦੇ ਬੈਲੈਂਸ ਕਿੰਨਾ ਦਿਖਾ ਰਿਹਾ ਹੈ, 1000 ਰੁਪੀਜ਼, ਠੀਕ ਹੈ, ਅਤੇ ਤੁਹਾਨੂੰ ਕਿਹਾ ਜਾਵੇ ਕਿ ਯਮਲਾ ਦਾ ਬੈਲੈਂਸ ਲਓ ਅਤੇ ਇੰਨਾ ਬੈਲੈਂਸ ਕਰਕੇ ਦਿਖਾਓ। ਤੁਸੀਂ ਕੀ ਕਰੋਗੇ, ਇਫੈਕਟ ਦੇਖੋਗੇ ਕਿ ਯਮਲਾ ਨੇ 199 ਮਾਈਨਸ ਨਹੀਂ ਕੀਤਾ ਸੀ, ਇਸ ਕਰਕੇ ਇਹਦਾ ਇੰਨਾ ਰਹਿ ਗਿਆ, ਇਹਨੇ ਮਾਈਨਸ ਕੀਤਾ ਸੀ ਇਸ ਕਰਕੇ ਨਹੀਂ ਰਹਿ। ਤੁਸੀਂ 1000 ਲਿਆ, ਉਹਦੇ ਵਿੱਚੋਂ 199 ਮਾਈਨਸ ਕਰਤਾ, ਇੰਨਾ ਆ ਗਿਆ ਬੈਲੈਂਸ। ਹੁਣ ਜੇ ਤੁਹਾਨੂੰ ਦੂਸਰੀ ਕੇਸ ਕਿਹਾ ਜਾਵੇ ਕਿ ਪਗਲਾ ਦਾ ਅਮਾਊਂਟ ਲਓ 801 ਰੁਪਏ, ਠੀਕ ਹੈ, ਅਤੇ ਇੰਨਾ ਕਰਕੇ ਦਿਖਾਓ 1000 ਰੁਪਏ, ਤੁਸੀਂ ਕੀ ਕਹੋਗੇ, ਇਹਨੇ ਤਾਂ ਚਲੋ ਇਹਨੇ 199 ਮਾਈਨਸ ਨਹੀਂ ਕੀਤਾ ਸੀਗਾ, ਇਸ ਕਰਕੇ ਇੰਨਾ ਰਹਿ ਗਿਆ, ਇਹਨੇ ਕਰ ਦਿੱਤਾ ਇਸ ਕਰਕੇ 801 ਰਹਿ ਗਿਆ, ਇਸ ਕਰਕੇ ਇਹਦੇ ਵਿੱਚ ਆਪਾਂ 199 ਪਲੱਸ ਕਰ ਦੇਵਾਂਗੇ, ਆਪਣੇ ਆਪ ਇਹਦੇ ਬਰਾਬਰ ਬਣ ਜਾਣਾ। ਸਮਝ ਲੱਗ ਗਿਆ ਨਾ? ਸੇਮ ਟੂ ਸੇਮ ਅਸੀਂ ਵੀ ਬੈਂਕ ਕੰਸੀਲੇਸ਼ਨ ਵਿੱਚ ਇਹੀ ਕਰਦੇ ਹਾਂ। ਹੁਣ ਦੇਖੋ, ਇੱਥੇ ਮੇਨ ਟੌਪਿਕ ਸਾਡਾ ਸਮਝਣ ਵਾਲਾ ਕੀ ਹੈ। ਸੋ ਕੇਸ ਨੰਬਰ 1 ਦੇਖੋ, ਯਮਲਾਸ ਟਾਰਗੇਟ ਇਜ਼ ਗੈਟਿੰਗ ਬੈਲੈਂਸ 801 ਰੁਪਏ, ਯਾਨੀ ਕਿ ਯਮਲਾ ਨੇ ਆਪਣਾ ਬੈਲੈਂਸ ਕਿੰਨਾ 801 ਰੁਪਏ ਬਣਾਉਣਾ, ਉਹਦਾ 1000 ਹੈ ਨਾ, 801 ਰੁਪਏ ਬਣਾਉਣਾ। ਤੁਸੀਂ ਹੁਣੀ ਕਰਕੇ ਹਟੇ ਆ, ਡਰਨਾ ਬਿਲਕੁਲ ਵੀ ਨਹੀਂ, ਬਸ ਉਹਨੂੰ ਰੀਕਨਸੀਲੇਸ਼ਨ ਸਟੇਟਮੈਂਟ ਵਿੱਚ ਤਬਦੀਲ ਕਰਨਾ ਹੈ, ਠੀਕ ਹੈ। ਦੇਖੋ ਕਿੱਦਾਂ ਤਬਦੀਲ ਕੀਤਾ, ਇਹਦੇ ਦੋ ਕਾਲਮ ਹੁੰਦੇ, ਯਾਦ ਰੱਖਿਓ, ਰੀਕਨਸੀਲੇਸ਼ਨ ਸਟੇਟਮੈਂਟ ਦੇ, ਇੱਕ ਪਲੱਸ ਦਾ ਇੱਕ ਮਾਈਨਸ ਦਾ। ਓਕੇ, ਕਲੀਅਰ? ਹੁਣ ਦੇਖੋ
कैश बैलेंस सानू दिता होया यमला का कितना है 1000 रुपीज़ आ रहा बैलेंस है ना। तो साडा चेंजेस बस इक्को एंट्री का है कि जिहड़ा जियो का रीचार्ज है। यही चीज़ तुसी सानू रिकनसीलेशन स्टेटमेंट विच सीखना पैना है। बस आ चीज़ सीखो। तो ये चीज़ किद्दां सीखना बहुत ही सिंपल है। तो तुहाडा टारगेट देखो, टारगेट की है 801 रुपये बनाना, यानी कि पगला दा अकाउंट। ठीक है, इस ट्रांजैक्शन का पगले दे बैलेंस ते की इफैक्ट पिया सी, यही असीं रिकॉर्ड करना है। याद रखो जो भी ट्रांजैक्शन है उस ट्रांजैक्शन का तुहाडे टारगेट दे अकाउंट ते की इफैक्ट पिया। यानी हुण देखो 199 रुपये दा की इफैक्ट पिया तुहाडे टारगेट दा अकाउंट ते, यानी कि ये जिहड़ा बैलेंस 1000 सी वो नीचे चला गया, माइनस हो गया ना। क्लीयर समझ पा रहे हो ना। तुहाडा टारगेट दे बैलेंस की हो गया, माइनस हो गया उस ट्रांजैक्शन ना। इस करके असीं जे माइनस हो रहा है टारगेट तो असीं माइनस वाले कॉलम विच 199 पा देवांगे। पाता जियो वाला अमाउंट 199, अपने आप ही तुहाडा बैलेंस आ जाना है। प्लस 1000 सी माइनस 199, अपने आप तुहाडा बैलेंस आ गया। इज़ दैट क्लीयर। सिर्फ असीं फोकस करना है टारगेट दे बैलेंस ते साडा न्यू ट्रांजैक्शन दा की इफैक्ट पिया, कि वो घटा रही है बैलेंस कि बढ़ा रही है, बस यही, और कुछ भी नहीं। बहुत ही सिंपल है, आही सीखना सीखा सी ईजी। हुण नैक्सट देखो, हुण देखो केस नंबर 2 तुसीं आप करोगे। हुण देखो बहुत ईजी, देखो पगला, हुण कहना पगला दा टारगेट की है कि 1000 बनाना। तुसीं कर चुके हो है ना, कीता ना, बस रिकनसिलेशन स्टेटमेंट में तब्दील कर दो ना। हुण देखो इस टाइम जो असीं 1000 बनाना, पगला दा बैलेंस कितना सीगा 801 रुपये। ठीक है, 801 रुपये तुहानूं बैलेंस दिता होना है, सेम एज तुहानूं कैश बुक का भी बैलेंस दे सकते हैं, तुहानूं पासबुक का बैलेंस दे सकते। इस करके सानूं दोनों एग्जाम्पल लेना पैना। क्लीयर समझ लगा तुहानूं। ओके, बैलेंस कितना है 801 रुपये, साडा टारगेट देखो 1000 है। ठीक है, साडा न्यू ट्रांजैक्शन की आ रहा है रिचार्ज जियो का 199 का। हुण देखो इस 199 का जो रिचार्ज है वह तुहाडे टारगेट ते की इफैक्ट पिया। टारगेट ते असीं रिकॉर्ड ही नहीं कीता, रिकॉर्ड नहीं किया ना। जे रिकॉर्ड कर दे बैलेंस नूं घटा दिंदा, बट रिकॉर्ड नहीं किया, बैलेंस साडा वध गया। ठीक है ना, घटा दिंदा ना, ओरिजिनल तो रियलिटी की होनी सी, घट जानी सी, बट देखो साडा इनक्रीज़ ही हो गया, इनक्रीज़ होया ना। ठीक है, ये नहीं समझना कि 1000 रह गया, साडा रियलिटी विच 801 आ जाना सीगा, बट की होया कि वो ट्रांजैक्शन रिकॉर्ड नहीं होया न्यू ट्रांजैक्शन दे, उन्हां दा उन्ना ही रह गया, यानी कि इनक्रीज़ होया। सो असीं प्लस कर देना है, की कर लेना है, प्लस कर देना। बस वही कीता यार, साडा जिधर घट सीगा असीं प्लस, रियल लाइफ विच देखिए तो बस कहने प्लस कर दो। ठीक है, बस इत्थे थोड़ा कंसैप्ट समझना पैंदा है। ठीक है, बस यही समझना है कि तुहाडे जो न्यू ट्रांजैक्शन है तुहाडे टारगेट ते की प्रभाव पै रहा है, उन्हें घटा रहा कि बढ़ा रहा, उन्हें बढ़ाता ना, क्योंकि सानू ट्रांजैक्शन करनी कीती ही नहीं असी, इस करके बढ़ गया। सो असीं प्लस कर देवांगे, अपने आप ही साडे कोल बैलेंस आ जाना। क्लीयर, इज़ दैट क्लीयर। देखिया कितना ईजी है ना। चलो असीं हुणी एक थानू सम करके दिखाइए। सो हुण मैं तुहाडा एक्सरसाइज दा फर्स्ट क्वेश्चन कराउण जा रहा है। ठीक है, इलस्ट्रेशन तुसीं आप कर लिओ। ठीक है, फर्स्ट क्वेश्चन देखो, फर्स्ट क्वेश्चन की है द प्रिपेयर बैंक रिकनसिलेशन स्टेटमेंट ऑफ मिसेस चोपड़ा। ठीक है, साइकिल वर्क्स फ्रॉम द फॉलोइंग पार्टिकुलर्स एज ऑन 31 मार्च 2021। ओके, सानू देखो इत्थे इन्होंने की दिता होया फर्स्ट ट्रांजैक्शन ते बैंक बैलेंस एज पर कैश बुक, जो कैश बुक ते साडा बैंक बैलेंस आ रहा है, कैश बुक जो असी बनाया है। ओके, जो असी बनाया कैश बुक उहदे बैलेंस दिता होया, तो साडा टारगेट की हो गया, टारगेट जरूर फाइंड आउट करना है, तुहाडा बहुत सॉल्व करूँगा। ठीक है, टारगेट की है पासबुक, असी पासबुक ते देखना है साडा ट्रांजैक्शन दा की इफैक्ट पै रहा है। सो सैकेंड फर्स्ट तो तुहानूं पता लगा आही सीगा। ओके, दिस इज ए। बी ट्रांजैक्शन तो देखो की इफैक्ट पैना है, चैक इशूड बट नॉट प्रेजेंट इनटू द बैंक। ठीक है, हुण ध्यान नाल देखो, चैक असी इशू कीता, इशू जिद्दां ही करदे हैं ना। ठीक है, असी की करते हैं कैश बुक विच दी एंट्री कर लेंदे हैं। ठीक है, बट नॉट प्रेजेंट इनटू द बैंक। जिस बंदे नूं असीं कहा सी ना कि जाओ बैंक विचों पैसा लै लिओ, ठीक है, चैक कट के दिता सी, उस बंदे ने हले बैंक विच चैक प्रेजेंट ही नहीं कीता है। असीं तां अपने वल्लों कैश बुक विचों माइनस कर दिता। ठीक है, कि घटाता कि जाओ बई तुसीं बैंक विचों पैसे लै लो, तो बैंक वाले साडे खाते चों कढ के तुहानूं दे दूगे। जे यही किन्ने अमाउंट आ 22000,
ਹੁਣ ਦੇਖੋ 22,000 रुपए जो है, ठीक है 22,000 ਉਹ ਬੈਂਕ ਵਿੱਚ ਲੈ ਕੇ ਜਾਂਦਾ ਤੇ ਇਹਦੇ ਨਾਲ ਕੀ ਇਫੈਕਟ ਪੈਣਾ ਸੀ ਸਾਡੇ ਅਕਾਊਂਟ ਤੇ, ਇਹ ਮਾਈਨਸ ਹੋ ਜਾਂਦਾ, ਘਟ ਜਾਣਾ ਸੀ, ਰਾਈਟ, ਮਾਈਨਸ ਹੋ ਜਾਂਦਾ ਨਾ। ਬਟ ਕੀ ਹੋਇਆ, ਉਹ ਹਲੇ ਉਹਨਾਂ ਨੇ ਪ੍ਰੈਜ਼ੈਂਟ ਹੀ ਨਹੀਂ ਕੀਤਾ, ਪ੍ਰੈਜ਼ੈਂਟ ਨਹੀਂ ਕੀਤਾ। ਇਸ ਦੇ ਨਾਲ ਕੀ ਹੋਇਆ, ਸਾਡਾ ਜਿਹੜਾ ਪਾਸਬੁੱਕ ਦਾ ਅਮਾਊਂਟ ਸੀਗਾ ਉਹ ਵੱਧ ਗਿਆ, ਸਮਝ ਰਹੇ ਹੋ ਨਾ। ਇਸ ਦੀ ਸਾਡਾ ਟਾਰਗੇਟ ਤੇ ਦੇਖਣਾ ਕਿ ਕੀ ਇਫੈਕਟ ਪੈ ਰਿਹਾ ਹੈ, ਠੀਕ ਹੈ। ਸੋ ਅਸੀਂ ਕੀ ਕਰ ਦੇਣਾ, ਇਸ 22,000 ਨੂੰ ਪਲੱਸ ਵਾਲੇ ਅਮਾਊਂਟ 'ਚ ਲਿਖ ਦੇਣਾ ਹੈ, ਕਲੀਅਰ। ਹੁਣ ਸੀ ਦੇਖੋ, ਹੁਣ ਦੇਖੋ ਚੈੱਕ ਪੇਡ ਇਨਟੂ ਬੈਂਕ ਬਟ ਨਾਟ ਯੈਟ ਕਲੈਕਟਡ। ਅਸੀਂ ਚੈੱਕ ਬੈਂਕ ਵਿੱਚ ਜਾ ਕੇ ਪੇ ਕਰਕੇ ਆਏ, ਠੀਕ ਹੈ, ਕਿ ਸਾਡਾ ਜਮ੍ਹਾਂ ਕਰ ਦਿਓ, ਬਟ ਉਹਨਾਂ ਨੂੰ ਹਲੇ ਮਿਲਿਆ ਹੀ ਨਹੀਂ। ਹੁੰਦਾ ਕਿ ਅਸੀਂ ਚੈੱਕ ਉੱਥੇ ਜਮ੍ਹਾਂ ਕਰਾ ਦਿੰਦੇ ਹਾਂ, ਬਟ ਉਹਨਾਂ ਨੇ ਨਾ ਉਹਨਾਂ ਨੂੰ ਦਿੱਤਾ ਹੀ ਨਹੀਂ, ਜਿਹੜੇ ਆਪਾਂ ਜਮ੍ਹਾਂ ਕਰਾ ਕੇ ਆਏ ਸੀ ਨਾ, ਉਹਨਾਂ ਨੇ ਹਲੇ ਕਲੀਅਰ ਕਰਨ ਨੂੰ ਦਿੱਤਾ ਹੀ ਨਹੀਂ। ਇਸ ਕਰਕੇ ਸਾਡਾ ਜੋ ਆ ਅਕਾਊਂਟ ਵਿੱਚ ਪੈਸਾ ਜਮ੍ਹਾਂ ਨਹੀਂ ਹੋਇਆ। ਕਿੰਨਾ ਹੈ ਅਮਾਊਂਟ ਦੇਖੋ, 15,000 रुपए, 15,000 ਜੋ ਕਿ ਅਸੀਂ ਬੈਂਕ ਵਿੱਚ ਪਲੱਸ ਹੋਣੇ ਸੀਗੇ, ਉਹ ਉਹਨਾਂ ਨੇ ਪਲੱਸ ਹੋਏ ਹੀ ਨਹੀਂ, ਠੀਕ ਆ। ਜੇ ਪਲੱਸ ਨਹੀਂ ਹੋਇਆ ਤਾਂ ਸਾਡਾ ਅਕਾਊਂਟ ਕੀ ਹੋਇਆ ਹੋਣਾ ਆ, ਮਾਈਨਸ ਹੋ ਗਿਆ, ਇਸੀ ਨਾ, ਠੀਕ ਹੈ। ਸਾਡੇ ਜੇ ਪਲੱਸ ਹੁੰਦਾ ਤਾਂ ਵੱਧ ਜਾਣਾ ਸੀਗਾ, ਬਟ ਪਲੱਸ ਹੋਇਆ ਹੀ ਨਹੀਂ, ਸਾਡਾ ਮਾਈਨਸ ਮਤਲਬ ਕਿ ਘਾਟਾ ਹੀ ਹੋ ਗਿਆ ਨਾ, ਪਲੱਸ ਨਹੀਂ ਹੋਇਆ। ਸੋ ਇਹਦਾ ਇਫੈਕਟ ਕੀ ਪਿਆ ਸਾਡੇ ਟਾਰਗੇਟ 'ਤੇ, ਕਿ ਇਹ ਘਟ ਗਿਆ। ਸੋ ਇਸ ਨੂੰ ਅਸੀਂ ਕੀ ਲਿਖਾਂਗੇ, ਮਾਈਨਸ ਵਿੱਚ, ਸਮਝ ਰਹੇ ਹੋ ਨਾ। ਈਜ਼ੀ, ਬਹੁਤ ਈਜ਼ੀ ਹੈ। ਨੈਕਸਟ ਦੇਖੋ ਡੀ, ਠੀਕ ਹੈ। ਡੀ ਦੇਖੋ ਕੀ ਕਹਿੰਦਾ ਪਿਆ, ਇੰਟਰਸਟ ਅਲਾਉਡ ਬਾਈ ਬੈਂਕ। ਦੇਖੋ ਇੰਟਰਸਟ ਦੇ ਉਹਨਾਂ ਨੇ ਦੇ ਦਿੱਤਾ ਸਾਨੂੰ, ਬੈਂਕ ਵਿੱਚ ਉਹਨਾਂ ਨੇ ਪਲੱਸ ਕਰਤਾ 200 रुपए, ਪਰ ਸਾਨੂੰ ਪਤਾ ਹੀ ਨਹੀਂ ਲੱਗਾ, ਓਕੇ, ਸਾਨੂੰ ਪਤਾ ਹੀ ਨਹੀਂ ਸੀਗਾ। ਜੋ ਵੀ ਅਸੀਂ ਕੈਸ਼ ਬੁੱਕ ਆ ਅਸੀਂ ਰਿਕਾਰਡ ਕੀਤਾ ਹੀ ਨਹੀਂ, ਠੀਕ ਆ। ਉਹਨਾਂ ਨੇ ਬੈਂਕ ਵਿੱਚ ਚੁੱਪਚਾਪ ਹੀ ਪਲੱਸ ਕਰਤਾ, ਓਕੇ, ਸਾਨੂੰ ਕਿਹਦਾ ਪਤਾ, ਅਸੀਂ ਬੈਂਕ ਤਾਂ ਗਏ ਹੀ ਨਹੀਂ, ਇਸ ਕਰਕੇ ਪਲੱਸ ਕਰਤਾ। ਅਤੇ ਸਾਡਾ ਇਹਦੇ ਨਾਲ ਕੀ ਹੋਇਆ, ਵੱਧ ਗਿਆ ਨਾ। ਸਾਡਾ ਟਾਰਗੇਟ ਕੀ ਹੈ, ਕਿ ਪਾਸਬੁੱਕ ਹੈ ਜੋ ਕਿ ਵੱਧ ਗਿਆ। ਸੋ ਅਸੀਂ 200 रुपए ਇੱਥੇ ਲਿਖ ਲੈਣਾ ਹੈ, ਕਲੀਅਰ। ਹੁਣ ਦੇਖੋ ਈ, ਥੋੜ੍ਹਾ ਮੈਂ ਇਹਨੂੰ ਵਧਾ ਦਿੰਦਾ ਹਾਂ। ਹੁਣ ਦੇਖੋ ਈ ਪਾਰਟ, ਈ ਪਾਰਟ ਕੀ ਹੈ, ਕਮਿਸ਼ਨ ਚਾਰਜ ਬਾय ਬੈਂਕ। ਕਮਿਸ਼ਨ ਚਾਰਜ ਕੀਤਾ ਗਿਆ ਬੈਂਕ ਦੁਆਰਾ, ਯਾਨੀ ਕਿ ਤੁਹਾਡਾ ਕਿੰਨਾ, 70 रुपए, 70 रुपए ਬੈਂਕ ਵਾਲੇ ਨੇ ਕਮਿਸ਼ਨ ਚਾਰਜ ਕਰ ਲਿਆ, ਯਾਨੀ ਕਿ ਇਸ ਨਾਲ ਤੁਹਾਡਾ ਬੈਲੈਂਸ ਕੀ ਹੋ ਗਿਆ, ਟਾਰਗੇਟ ਕੀ ਹੋ ਗਿਆ, ਘਟ ਗਿਆ। ਸੋ 70 रुपए ਇੱਥੇ ਆ ਜਾਣਾ, ਕਲੀਅਰ ਨਾ, ਇਸ ਕਲੀਅਰ। ਉਹ ਤੋਂ ਬਾਅਦ ਦੇਖੋ ਐਫ ਪਾਰਟ, ਐਫ ਕੀ ਕਹਿੰਦਾ ਪਿਆ, ਡਾਇਰੈਕਟ ਪੇਮੈਂਟ ਇਨਟੂ ਦ ਬੈਂਕ ਬਾय ਕਸਟਮਰ। ਕਸਟਮਰ ਨੇ ਸਿੱਧੇ ਬੈਂਕ ਵਿੱਚ ਜਾ ਕੇ 5,000 रुपए ਜਮ੍ਹਾਂ ਕਰਾਤਾ। ਉਹਨੇ ਕਿਹਾ ਕਿ ਲੋ ਬਈ, ਮਤਲਬ ਕਿ ਬੈਂਕ ਵਿੱਚ ਉਹਨਾਂ ਨੇ ਜਾ ਕੇ ਸਿੱਧੇ ਜਮ੍ਹਾਂ ਕਰਾਤਾ, ਕੁਝ ਦੱਸਿਆ ਉਸੇ ਨਹੀਂ, ਸਿੱਧੇ ਜਾ ਕੇ ਜਿਹੜੇ ਸਾਡੇ ਕਸਟਮਰ ਸੀਗੇ ਨਾ, ਉਹਨਾਂ ਨੇ ਬੈਂਕ ਵਿੱਚ ਹੀ ਪੇਮੈਂਟ ਕਰਤਾ, ਸਾਨੂੰ ਪਤਾ ਹੀ ਨਹੀਂ ਲੱਗਾ। ਸੋ ਇਹਦੇ ਨਾਲ ਸਾਡਾ ਬੈਲੈਂਸ ਕੀ ਹੋਇਆ, ਇਨਕਰੀਜ਼ ਹੋ ਗਿਆ। ਸੋ 5,000 ਅਸੀਂ ਪਲੱਸ ਵਿੱਚ ਲਿਖ ਦੇਵਾਂਗੇ, ਓਕੇ। ਸੋ ਤੁਸੀਂ ਜਦੋਂ ਬੈਲੈਂਸ ਕਰੋਗੇ, ਟੂ ਬੈਲੈਂਸ, ਆਪਣੇ ਆਪ ਹੀ ਤੁਹਾਡਾ ਟੋਟਲ ਦੇਖਿਓ ਕਿੰਨਾ ਆ ਜਾਣਾ ਹੈ। ਇੱਧਰ ਪਲੱਸ ਕਰੋ, ਇੱਧਰਲਾ ਮਾਈਨਸ ਕਰੋ, ਆਪਣੇ ਆਪ ਹੀ ਤੁਹਾਡਾ ਬੈਲੈਂਸ 50,130 रुपए ਆ ਜਾਣਾ ਹੈ। ਸੋ ਦੈਟਸ ਆਨਸਰ, ਬਹੁਤ ਈਜ਼ੀ ਹੈ ਨਾ। ਸੋ ਕੀਪ ਲਰਨਿੰਗ, ਕੀਪ ਸਮਾਈਲਿੰਗ। ਐਂਡ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਚੈਪਟਰ 'ਚ ਮੈਂ ਹੋਰ ਵੀ ਕੁਐਸਚਨ ਸੋਲਵ ਕਰਾਂ, ਠੀਕ ਹੈ, ਬਹੁਤ ਹੀ ਈਜ਼ੀ ਤਰੀਕੇ ਨਾਲ, ਤੇ ਮੈਨੂੰ ਕਮੈਂਟ ਕਰੋ।